बाप बेटा त्रुपा नाम ते आमैन। सब भैन भरावां ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਸ ਨੇ ਸਾਨੂੰ ਫਿਰ ਅੱਜ ਦਾ ਦਿਨ ਤਾਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਉਸ ਦੀ ਮਿਹਨਤ ਤੇ ਵਡਿਆਈ ਕਰੀਏ, ਉਸ ਦਾ ਧੰਨਵਾਦ ਕਰੀਏ, ਪ੍ਰਭੂ ਦੇ ਪਿੱਤਰ ਚਰਨ ਕੇ ਦੁਆਵਾਂ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੇਵੇ, ਅਕਲ ਬੁੱਧੀ ਗਿਆਨ ਦੇਵੇ ਕਿ ਅਸੀਂ ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪੁਰਾਣੇ ਐਤਨਾਮੇ ਵਿੱਚੋਂ ਵਿਵਸਥਾ ਸਾਲ ਦਾ ਗ੍ਰੰਥ ਚੈਪਟਰ 10 12 ਤੋਂ 22 ਐਤਾਂ ਪੜ੍ਹਾਂਗੇ। Deuteronomy chapter 10 verses 12 till 22, a call to love and obedience। ਪ੍ਰਭੂ ਪਰਮੇਸ਼ਰ ਨੂੰ ਪਿਆਰ ਕਰਨਾ ਅਤੇ ਉਸ ਦੇ ਆਗਿਆਕਾਰ ਬਣਨਾ। ਪਰਮੇਸ਼ਰ ਦੀ ਮੰਗ। ਇਹ ਇਸਰਾਏਲ ਦੇ ਲੋਕੋ, ਹੁਣ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਤੋਂ ਇਸ ਗੱਲ ਦੀ ਮੰਗ ਕਰਦਾ ਹੈ, ਤੁਸੀਂ ਆਪਣੇ ਪੂਰੇ ਦਿਲ ਅਤੇ ਜਾਨ ਨਾਲ ਉਸ ਨੂੰ ਪਿਆਰ ਕਰੋ ਅਤੇ ਉਸ ਦੀ ਸੇਵਾ ਕਰੋ। ਇਸ ਦੇ ਨਾਲ ਹੀ ਆਪਣੇ ਭਲੇ ਲਈ ਪ੍ਰਭੂ ਦੇ ਸਭ ਹੁਕਮਾਂ ਅਤੇ ਵਿਧਾਨ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋ, ਜਿਸ ਬਾਰੇ ਅੱਜ ਦੇ ਦਿਨ ਮੈਂ ਤੁਹਾਨੂੰ ਆਗਿਆ ਦੇ ਰਿਹਾ ਹਾਂ। ਸਭ ਆਕਾਸ਼ ਅਤੇ ਧਰਤੀ ਅਤੇ ਜੋ ਇਸ ਵਿੱਚ ਹੈ ਸਭ ਕੁਝ ਪ੍ਰਭੂ ਦਾ ਹੈ। ਪਰ ਪ੍ਰਭੂ ਦੀ ਇਹ ਆਪਣੀ ਖੁਸ਼ੀ ਸੀ ਕਿ ਉਸ ਨੇ ਤੁਹਾਡੇ ਪੁਰਖਿਆਂ ਨੂੰ ਪਿਆਰ ਕੀਤਾ, ਇੱਥੋਂ ਤੱਕ ਕਿ ਤੁਹਾਨੂੰ ਵੀ, ਅਰਥਾਤ ਉਹਨਾਂ ਦੀ ਸੰਤਾਨ ਨੂੰ ਵੀ ਉਸਨੇ ਸਭ ਕੌਮਾਂ ਵਿੱਚੋਂ ਚੁਣ ਲਿਆ। ਅੱਜ ਅਸੀਂ ਇਹ ਸਭ ਇਸੇ ਤਰ੍ਹਾਂ ਦੇਖ ਰਹੇ ਹਾਂ। ਇਸ ਲਈ ਤੁਸੀਂ ਆਪਣੇ ਮਨਾਂ ਤੇ ਚੜੀ ਚਰਬੀ ਨੂੰ ਉਤਾਰ ਦੇਵੋ ਅਤੇ ਅੱਗੇ ਤੋਂ ਆਪਣਾ ਹੱਠੀਪਨ ਛੱਡ ਦੇਵੋ। ਪ੍ਰਭੂ ਤੁਹਾਡਾ ਪਰਮੇਸ਼ਰ ਸਭ ਪ੍ਰਭੂਆਂ ਦਾ ਪ੍ਰਭੂ, ਵੱਡਾ ਸ਼ਕਤੀਸ਼ਾਲੀ ਪਰਮੇਸ਼ਰ ਅਤੇ ਅਤੀ ਭਿਅੰਕਰ ਹੈ। ਉਹ ਨਾ ਤਾਂ ਕਿਸੇ ਦਾ ਪੱਖਪਾਤ ਕਰਦਾ ਹੈ ਅਤੇ ਨਾ ਹੀ ਕਿਸੇ ਤੋਂ ਵੱਢੀ ਲੈਂਦਾ ਹੈ। ਉਹ ਅਨਾਥਾਂ ਅਤੇ ਵਿਧਵਾਵਾਂ ਨਾਲ ਨਿਆਂ ਕਰਦਾ ਹੈ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ ਹੈ, ਅਰਥਾਤ ਉਹਨਾਂ ਨੂੰ ਖਾਣ ਲਈ ਭੋਜਨ ਅਤੇ ਪਹਿਨਣ ਲਈ ਕੱਪੜਾ ਦਿੰਦਾ ਹੈ। ਇਸ ਲਈ ਤੁਸੀਂ ਵੀ ਪਰਦੇਸੀਆਂ ਨੂੰ ਪਿਆਰ ਕਰੋ, ਕਿਉਂਕਿ ਇੱਕ ਸਮੇਂ ਤੁਸੀਂ ਵੀ ਮਿਸਰ ਵਿੱਚ ਪਰਦੇਸੀ ਸੀ। ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਤੋਂ ਡਰੋ, ਉਸ ਦੀ ਉਪਾਸਨਾ ਕਰੋ, ਉਸ ਦੀ ਸੰਗਤ ਵਿੱਚ ਰਹੋ ਅਤੇ ਉਸ ਦੇ ਨਾਂ ਦੀ ਹੀ ਸਹੁੰ ਚੁੱਕੋ। ਉਹ ਤੁਹਾਡਾ ਮਾਣ ਹੈ, ਉਹ ਤੁਹਾਡਾ ਪਰਮੇਸ਼ਰ ਹੈ। ਤੁਸੀਂ ਆਪ ਆਪਣੀਆਂ ਅੱਖਾਂ ਨਾਲ ਉਹ ਸਭ ਵੱਡੇ ਅਤੇ ਅਦਭੁਤ ਕੰਮ ਦੇਖ ਚੁੱਕੇ ਹੋ ਜੋ ਉਸਨੇ ਤੁਹਾਡੇ ਲਈ ਕੀਤੇ ਹਨ। ਤੁਹਾਡੇ ਪੁਰਖੇ ਜਦੋਂ ਮਿਸਰ ਵਿੱਚ ਗਏ ਸਨ ਤਾਂ ਉਹਨਾਂ ਦੀ ਗਿਣਤੀ ਕੇਵਲ 70 ਸੀ। ਹੁਣ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਅਣਗਿਣਤ ਕਰ ਦਿੱਤੀ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਬਰਕਤ ਤੇ ਅਸੀਸਾਂ ਦੇ ਨਾਲ ਮਾਲੋਮਾਲ ਕਰੇ। ਮੇਰੇ ਭੈਣ ਭਰਾਵੋ, ਹੁਣ ਅਸੀਂ ਜੋ ਵੀ ਇਸ ਦੇ ਅਰਥ ਹਨ, ਜੋ ਵੀ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਇਹਨਾਂ ਵਚਨਾਂ ਵਿੱਚ ਦੱਸਿਆ ਗਿਆ ਕਿ ਪਰਮੇਸ਼ਰ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਦੱਸਿਆ ਕਿ ਤੁਸੀਂ ਆਪਣੇ ਪ੍ਰਭੂ ਪਰਮੇਸ਼ਰ ਨੂੰ ਪਿਆਰ ਕਰਨਾ, ਆਪਣੇ ਦਿਲ ਅਤੇ ਆਤਮਾ ਨਾਲ, ਰੂਹ ਨਾਲ ਉਸ ਦੀ ਸੇਵਾ ਕਰਨੀ ਹੈ ਅਤੇ ਪਰਮੇਸ਼ਰ ਤੋਂ ਹੀ ਡਰਨਾ ਹੈ। ਪਰਮੇਸ਼ਰ ਦੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰਨੀ ਹੈ, ਉਸ ਦੇ ਆਗਿਆਕਾਰ ਬਣ ਕੇ ਰਹਿਣਾ ਹੈ। ਮੇਰੇ ਭਰਾਵੋ ਤੇ ਭੈਣੋ, ਇਹ ਕੇਵਲ ਇਸਰਾਏਲੀ ਲੋਕਾਂ ਨੂੰ ਨਹੀਂ ਕਿਹਾ ਗਿਆ, ਇਹ ਸਾਡੇ ਉੱਪਰ ਵੀ ਲਾਗੂ ਹੁੰਦਾ ਹੈ। ਤਦ ਅਸੀਂ ਸ਼ਾਂਤੀ ਨਾਲ ਜੀਵਨ ਗੁਜ਼ਾਰ ਸਕਦੇ ਹਾਂ। ਪ੍ਰਭੂ ਪਰਮੇਸ਼ਰ ਹੀ ਸਭ ਨੂੰ ਭੋਜਨ ਦਿੰਦਾ ਹੈ, ਸਭ ਨੂੰ ਪਿਆਰ ਕਰਦਾ ਹੈ, ਕਿਸੇ ਦਾ ਪੱਖਪਾਤ ਨਹੀਂ ਕਰਦਾ। ਸਾਨੂੰ ਆਪਣੇ ਦੂਜੇ ਭੈਣ ਭਰਾਵਾਂ ਨੂੰ ਪਿਆਰ ਕਰਨਾ ਹੈ, ਪਰਮੇਸ਼ਰ ਦੇ ਪਿਆਰ ਬਾਰੇ ਦੱਸਣਾ ਹੈ। ਪਰਮੇਸ਼ਰ ਸ਼ਕਤੀਸ਼ਾਲੀ ਅਤੇ ਭਿਅੰਕਰ ਵੀ ਹੈ, ਦਇਆ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਸਾਡੇ ਗੁਨਾਹਾਂ ਅਤੇ ਪਾਪਾਂ ਤੋਂ ਮਾਫੀ ਦੇਣ ਵਾਲਾ ਹੈ। ਜੋ ਆਦਮੀ ਉਸ ਕੋਲ ਆ ਕੇ ਮਾਫੀ ਮੰਗਦੇ ਹਨ, ਉਹ ਸਾਡੇ ਉੱਪਰ ਪ੍ਰਭੂ ਪਰਮੇਸ਼ਰ ਰਹਿਮ ਕਰਦਾ ਹੈ, ਦਇਆ ਕਰਦਾ ਹੈ। ਇਸਰਾਏਲੀ ਲੋਕ ਪਰਮੇਸ਼ਰ ਦੇ ਚਮਤਕਾਰ ਦੇਖ ਕੇ ਫਿਰ ਵੀ ਵਫਾਦਾਰ ਨਹੀਂ ਠਹਿਰੇ। ਕਈ ਵਾਰ ਸਾਡੇ ਵਿੱਚੋਂ ਵੀ ਕੁਝ ਲੋਕ ਚਿੰਨ੍ਹ ਚਮਤਕਾਰ ਦੇਖ ਕੇ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਉੱਪਰ ਵਿਸ਼ਵਾਸ ਨਹੀਂ ਕਰਦੇ, ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ।
ਮੇਰੇ ਭੈਣ ਪ੍ਰਭੂ, ਸਾਡੇ ਕੋਲ ਪਵਿੱਤਰ ਬਾਈਬਲ ਹੈ, ਜਿਸ ਦੇ ਵਚਨ ਪਰਮੇਸ਼ਰ ਬਾਰੇ ਅਤੇ ਪ੍ਰਭੂ ਯਿਸੂ ਬਾਰੇ ਸਾਫ਼-ਸਾਫ਼ ਦੱਸਦੇ ਹਨ। ਸਾਨੂੰ ਕ੍ਰਿਸਚੀਅਨਿਟੀ ਮਿਸਟਰੀ ਪ੍ਰਭੂ ਪਰਮੇਸ਼ਰ ਬਾਰੇ ਗਿਆਨ ਦਿੰਦੀ ਹੈ, ਜਿਸ ਤੋਂ ਸਾਨੂੰ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਣ ਲਈ ਮਦਦ ਮਿਲਦੀ ਹੈ। ਇਸ ਲਈ ਪਿਤਾ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਤਾਂ ਪ੍ਰਭੂ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੇ ਭਾਗੀ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਜੋ ਤੁਸੀਂ ਸਾਨੂੰ ਇਹਦੇ ਵਚਨ ਦਿੱਤੇ ਹਨ। ਥੈਂਕ ਯੂ ਪਿਤਾ ਪਰਮੇਸ਼ਰ। ਮੇਰੇ ਭੈਣ ਪ੍ਰਭੂ, ਹੁਣ ਅਸੀਂ ਸੰਤ ਮਤੀ ਦੀ ਇੰਜੀਲ ਚੈਪਟਰ 17 22 ਤੋਂ 27 ਆਇਤਾਂ ਪੜ੍ਹਾਂਗੇ। ਸੈਂਟ ਮੈਥਿਊ ਚੈਪਟਰ 17 verses 22 till 27. Jesus predicts his death the second time. ਪਰ ਯਿਸੂ ਫਿਰ ਆਪਣੀ ਮੌਤ ਬਾਰੇ ਦੱਸਦੇ ਹਨ। ਚੇਲੇ ਜਦੋਂ ਫਿਰ ਗਲੀਲ ਵਿੱਚ ਇਕੱਠੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਕਿਹਾ, ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥੀਂ ਫੜਵਾਇਆ ਜਾਣ ਵਾਲਾ ਹੈ, ਜੋ ਉਸ ਨੂੰ ਮਾਰ ਦੇਣਗੇ, ਪਰ ਉਹ ਤੀਜੇ ਦਿਨ ਜਿੰਦਾ ਕੀਤਾ ਜਾਵੇਗਾ। ਚੇਲੇ ਇਹ ਸੁਣ ਕੇ ਬਹੁਤ ਦੁਖੀ ਹੋਏ। ਮੰਦਰ ਦਾ ਟੈਕਸ। ਜਦੋਂ ਯਿਸੂ ਅਤੇ ਉਹਨਾਂ ਦੇ ਚੇਲੇ ਕਫਰਨਹੂਮ ਵਿੱਚ ਆਏ ਤਾਂ ਮੰਦਰ ਦਾ ਸਾਲਾਨਾ ਟੈਕਸ ਇਕੱਠਾ ਕਰਨ ਵਾਲੇ ਪਤਰਸ ਕੋਲ ਆਏ। ਉਹਨਾਂ ਨੇ ਪੁੱਛਿਆ, ਤੁਹਾਡਾ ਗੁਰੂ ਮੰਦਰ ਦਾ ਸਾਲਾਨਾ ਟੈਕਸ ਦਿੰਦਾ ਹੈ ਜਾਂ ਨਹੀਂ? ਪਤਰਸ ਨੇ ਉੱਤਰ ਦਿੱਤਾ, ਹਾਂ ਦਿੰਦਾ ਹੈ। ਇਸ ਦੇ ਪਿੱਛੋਂ ਪਤਰਸ ਘਰ ਗਿਆ ਤਾਂ ਯਿਸੂ ਨੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਪੁੱਛਿਆ, ਸ਼ਮੌਨ, ਤੇਰਾ ਕੀ ਵਿਚਾਰ ਹੈ? ਧਰਤੀ ਦੇ ਰਾਜੇ ਟੈਕਸ ਜਾਂ ਜੱਜੀਆਂ ਕਿਸ ਕੋਲੋਂ ਵਸੂਲ ਕਰਦੇ ਹਨ, ਆਪਣੇ ਪੁੱਤਰਾਂ ਕੋਲੋਂ ਜਾਂ ਭਰਾਇਆਂ ਕੋਲੋਂ? ਜਦੋਂ ਪਤਰਸ ਨੇ ਕਿਹਾ ਭਰਾਇਆਂ ਕੋਲੋਂ ਤਾਂ ਯਿਸੂ ਬੋਲੇ, ਇਸ ਦਾ ਅਰਥ ਹੋਇਆ ਕਿ ਆਪਣੇ ਲੋਕੀ ਇਸ ਤੋਂ ਮੁਕਤ ਹਨ, ਪਰ ਅਸੀਂ ਇਹਨਾਂ ਲੋਕਾਂ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦੇ। ਇਸ ਲਈ ਤੂੰ ਝੀਲ 'ਤੇ ਜਾ ਅਤੇ ਮੱਛੀਆਂ ਫੜਨ ਵਾਲੀ ਕੁੰਡੀ ਲਾ। ਇਹ ਕਰਨ 'ਤੇ ਜੋ ਮੱਛੀ ਤੂੰ ਪਹਿਲਾਂ ਫੜੇ ਉਸ ਦਾ ਮੂੰਹ ਖੋਲੀ, ਤੈਨੂੰ ਉਸ ਦੇ ਮੂੰਹ ਵਿੱਚੋਂ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਤੇਰੇ ਅਤੇ ਮੇਰੇ ਲਈ ਕਾਫੀ ਹੋਵੇਗਾ। ਤੂੰ ਉਹ ਲੈ ਕੇ ਟੈਕਸ ਇਕੱਠਾ ਕਰਨ ਵਾਲਿਆਂ ਨੂੰ ਮੇਰੇ ਅਤੇ ਆਪਣੇ ਵੱਲੋਂ ਦੇ ਦੇਣਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਦੂਸਰੀ ਵਾਰ ਆਪਣੀ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਭਵਿੱਖਬਾਣੀ ਦੱਸੀ ਅਤੇ ਚੇਲੇ ਪ੍ਰਭੂ ਦੇ ਵਚਨ ਸੁਣ ਕੇ ਬਹੁਤ ਦੁਖੀ ਹੋਏ। ਚੇਲੇ ਪ੍ਰਭੂ ਯਿਸੂ ਦੇ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਉਦੇਸ਼ ਨੂੰ, ਪਰਪਸ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਜਦ ਤੱਕ ਪੈਂਤੀਕੋਸਤ ਵਾਲੇ ਦਿਨ ਪਵਿੱਤਰ ਆਤਮਾ ਉਹਨਾਂ ਉੱਪਰ ਨਾ ਉਤਰਿਆ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਚੇਲਿਆਂ ਦੇ ਕਰਤੱਵ ਚੈਪਟਰ 2, ਐਕਟਸ ਚੈਪਟਰ 2। ਚੇਲਿਆਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਪ੍ਰਭੂ ਯਿਸੂ ਦੀ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਨਾਲ ਹੀ ਪਰਮੇਸ਼ਰ ਦਾ ਰਾਜ ਆਵੇਗਾ। ਸਾਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਜੇਕਰ ਅਸੀਂ ਪੂਰੀ ਤਰ੍ਹਾਂ ਪ੍ਰਭੂ ਦੇ ਬਾਰੇ ਅਜੇ ਤੱਕ ਸਮਝ ਨਹੀਂ ਸਕੇ ਜਾਂ ਕਿਸੇ ਹੋਰ ਦੇ ਦੁੱਖਾਂ ਬਾਰੇ ਜਾਂ ਅਸੀਂ ਆਪਣੇ ਦੁੱਖਾਂ ਬਾਰੇ ਸੁਣੀਏ ਜਾਂ ਜਾਣੀਏ। ਸਾਨੂੰ ਪ੍ਰਭੂ ਪਰਮੇਸ਼ਰ ਉੱਪਰ ਭਰੋਸਾ ਰੱਖਣਾ ਹੈ। ਇਸ ਬਾਰੇ ਸਾਨੂੰ ਕੋਈ ਨਿਰਾਸ਼ ਜਾਂ ਦੁੱਖ ਮਹਿਸੂਸ ਨਹੀਂ ਕਰਨਾ ਚਾਹੀਦਾ। ਪ੍ਰਭੂ ਦੇ ਚੇਲੇ ਪ੍ਰਭੂ ਦੇ ਨਾਲ 3 ਸਾਲ ਰਹੇ ਸਨ। ਪ੍ਰਭੂ ਯਿਸੂ ਦੇ ਚਮਤਕਾਰ, ਚਿੰਨ੍ਹ ਆਦਿ ਆਪਣੀਆਂ ਅੱਖਾਂ ਨਾਲ ਉਹਨਾਂ ਨੇ ਦੇਖੇ ਸਨ। ਪ੍ਰਭੂ ਦੇ ਵਚਨ ਵੀ ਉਹਨਾਂ ਨੇ ਸੁਣੇ ਸਨ। ਫਿਰ ਵੀ ਉਹਨਾਂ ਨੂੰ ਪ੍ਰਭੂ ਯਿਸੂ ਦੇ ਬਾਰੇ ਸਮਝਣ ਲਈ ਮੁਸ਼ਕਲ ਆਉਂਦੀ ਸੀ। ਉਹ ਪ੍ਰਭੂ ਯਿਸੂ ਨੂੰ ਪ੍ਰਸ਼ਨ ਪੁੱਛਦੇ ਰਹਿੰਦੇ ਸਨ ਅਤੇ ਸ਼ੱਕ ਕਰਦੇ ਸਨ। ਅੰਤ ਵਿੱਚ ਫਿਰ ਉਹਨਾਂ ਨੇ ਵਿਸ਼ਵਾਸ ਕੀਤਾ। ਸਭ ਯਹੂਦੀ ਆਦਮੀ ਮੰਦਰ ਦੀ ਸਹਾਇਤਾ ਲਈ ਮੰਦਰ ਦਾ ਟੈਕਸ ਦਿੰਦੇ ਸਨ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਐਕਸੋਡਸ ਚੈਪਟਰ 30 verses 11 till 16। ਕੂਚ ਦਾ ਗ੍ਰੰਥ ਚੈਪਟਰ 30 11 ਤੋਂ 16 ਤਾਂ ਪੜ੍ਹ ਸਕਦੇ ਹਾਂ। ਇਹ ਟੈਕਸ ਦਾ ਵੇਰਵਾ ਜਾਂ ਡਿਟੇਲ ਮਤੀ ਦੀ ਇੰਜੀਲ ਵਿੱਚ ਰਿਕਾਰਡ ਹੈ। ਸ਼ਾਇਦ ਕਿਉਂਕਿ ਮਤੀ ਵੀ ਟੈਕਸ ਲੈਣ ਵਾਲਾ ਰਹਿ ਚੁੱਕਾ ਸੀ।
ਪਤਰਸ ਨੇ ਬਿਨਾਂ ਸੋਚਿਆ ਪ੍ਰਭੂ ਯਿਸੂ ਦੇ ਹੱਕ ਵਿੱਚ ਟੈਕਸ ਬਾਰੇ ਪ੍ਰਸ਼ਨ ਦਾ ਉੱਤਰ ਦੇ ਦਿੱਤਾ। ਪ੍ਰਭੂ ਯਿਸੂ ਨੇ ਇਸ ਸਥਿਤੀ ਨੂੰ ਰਾਜਿਆਂ ਦੇ ਰੂਲ ਵਾਂਗ ਹੀ ਵਰਤਿਆ। ਠੀਕ ਜਿਸ ਤਰ੍ਹਾਂ ਰਾਜੇ ਟੈਕਸ ਨਹੀਂ ਦਿੰਦੇ, ਉਹਨਾਂ ਦੇ ਪਰਿਵਾਰ ਦੇ ਲੋਕ ਟੈਕਸ ਨਹੀਂ ਦਿੰਦੇ, ਪ੍ਰਭੂ ਯਿਸੂ ਵੀ ਇੱਕ ਰਾਜਾ ਸੀ, ਰਾਜਾ ਹੈ, ਉਸਨੇ ਕੋਈ ਟੈਕਸ ਨਹੀਂ ਦੇਣਾ ਸੀ। ਪਰ ਪ੍ਰਭੂ ਯਿਸੂ ਨੇ ਪਤਰਸ ਨੂੰ ਕਿਹਾ, ਜਾ ਅਤੇ ਮੱਛੀ ਦੇ ਮੂੰਹ 'ਚੋਂ ਇੱਕ ਸਿੱਕਾ ਲੈ ਕੇ ਟੈਕਸ ਦੇਣ ਲਈ ਮੇਰੇ ਅਤੇ ਤੇਰੇ ਵਾਸਤੇ ਕਾਫੀ ਹੈ। ਅਸੀਂ ਉਹਨਾਂ ਲੋਕਾਂ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦੇ ਜਿਹੜੇ ਉਸ ਦੇ ਰਾਜ ਬਾਰੇ ਸਮਝੇ ਨਹੀਂ ਜਾਂ ਸਵਰਗ ਰਾਜ ਬਾਰੇ ਕੁਝ ਨਹੀਂ ਜਾਣਦੇ। ਮੇਰੇ ਪ੍ਰਭੂ ਤੇ ਭੈਣੋ, ਜੋ ਕੁਝ ਇਸ ਵਕਤ ਸਾਡੇ ਕੋਲ ਹੈ ਜਾਂ ਹਰ ਰੋਜ਼ ਸਾਨੂੰ ਮਿਲਦਾ ਹੈ, ਪ੍ਰਭੂ ਪਰਮੇਸ਼ਰ ਦੇ ਖਜ਼ਾਨੇ ਵੱਲੋਂ ਹੀ ਦਿੱਤਾ ਜਾਂਦਾ ਹੈ। ਪਰਮੇਸ਼ਰ ਤੋਂ ਹੀ ਬਰਕਤ ਮਿਲਦੀ ਹੈ। ਪਰ ਪ੍ਰਭੂ ਪਰਮੇਸ਼ਰ ਸਾਨੂੰ ਇਸ ਤਰ੍ਹਾਂ ਦੇ ਪ੍ਰੋਸੈਸ ਕੰਮ ਵਿੱਚ ਚੁਸਤ ਐਕਟਿਵ ਰਹਿਣ ਲਈ ਕਹਿੰਦਾ ਹੈ। ਪ੍ਰਭੂ ਪਰਮੇਸ਼ਰ ਸਾਨੂੰ ਇਸ ਤਰ੍ਹਾਂ ਦੇ ਕੰਮਾਂ ਵਿੱਚ ਚੁਸਤ ਰਹਿਣ ਲਈ ਚਾਹੁੰਦਾ ਹੈ। ਅਸੀਂ ਸਭ ਪਰਮੇਸ਼ਰ ਦੇ ਲੋਕ ਇਸ ਧਰਤੀ ਉੱਤੇ ਵਿਦੇਸ਼ੀਆਂ ਵਾਂਗ ਹਾਂ, ਕਿਉਂਕਿ ਸਾਡੀ ਵਫਾਦਾਰੀ ਹਮੇਸ਼ਾ ਅਸਲੀ ਰਾਜਾ ਯਿਸੂ ਮਸੀਹ ਦੇ ਪ੍ਰਤੀ ਹੋਣੀ ਚਾਹੀਦੀ ਹੈ। ਫਿਰ ਵੀ ਸਾਨੂੰ ਸਰਕਾਰੀ ਅਧਿਕਾਰੀਆਂ ਦੇ ਨਿਯਮਾਂ ਦੀ ਸਹਾਇਤਾ ਕਰਨੀ ਹੈ ਔਰ ਉਹਨਾਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਹੈ। ਚੰਗੇ ਜ਼ਿੰਮੇਵਾਰ ਨਾਗਰਿਕ ਬਣਨਾ ਹੈ ਔਰ ਸਰਕਾਰਾਂ ਦੀ ਹੁਕਮਾਂ ਦੀ ਪਾਲਣਾ ਕਰਨੀ ਹੈ। ਅਸੀਂ ਸਭ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਰਾਜਦੂਤ ਹਾਂ, ਐਂਬੈਸਡਰ ਹਾਂ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ 2 Corinthians chapter 5 verse 20, ਦੂਸਰਾ ਕਰੰਥੀਆਂ ਦਾ ਖਤ ਚੈਪਟਰ 5 ਤੇ 20 ਆਇਤ। ਪਰ ਯਿਸੂ ਦੇ ਲਈ ਸਵਰਗ ਰਾਜ ਸਥਾਪਿਤ ਕਰਨ ਵਾਸਤੇ ਚੁਣੇ ਗਏ ਹਾਂ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅਸੀਂ ਰਾਜਦੂਤਾਂ ਦੇ ਵਾਂਗ ਐਂਬੈਸਡਰ, ਜਿਸ ਤਰ੍ਹਾਂ ਐਂਬੈਸਡਰ ਹੁੰਦੇ ਹਨ, ਇਸ ਤਰ੍ਹਾਂ ਅਸੀਂ ਵੀ ਪ੍ਰਭੂ ਪਰਮੇਸ਼ਰ ਦੇ ਲਈ ਸਵਰਗ ਰਾਜ ਸਥਾਪਿਤ ਕਰਨ ਦੇ ਲਈ ਪਰਮੇਸ਼ਰ ਨੇ ਸਾਨੂੰ ਚੁਣਿਆ ਹੈ ਕਿ ਅਸੀਂ ਪ੍ਰਭੂ ਦਾ ਵਚਨ ਆਪਣੇ ਦੂਸਰੇ ਭੈਣ ਭਰਾਵਾਂ ਨੂੰ ਸੁਣਾਈਏ, ਪ੍ਰਭੂ ਪਰਮੇਸ਼ਰ ਦੇ ਕੋਲ ਲੈ ਕੇ ਆਈਏ, ਉਸ ਦੀ ਮਹਿਮਾ ਅਤੇ ਵਡਿਆਈ ਕਰਨੀ ਹੈ, ਪ੍ਰਭੂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨੀ ਹੈ ਅਤੇ ਦੂਸਰਿਆਂ ਨੂੰ ਵੀ ਇਹੀ ਸਿਖਾਉਣਾ ਹੈ। ਮੇਰੇ ਭੈਣ ਭਰਾਵੋ, ਪਲੀਜ਼ ਪ੍ਰਭੂ ਯਿਸੂ ਮਸੀਹ ਪਰ ਵਿਸ਼ਵਾਸ ਕਰੋ। ਉਹ ਸਾਡੇ ਸਭ ਦੇ ਪਾਪਾਂ ਲਈ ਉਸਨੇ ਮਾਰ ਖਾਧੀ, ਦੁੱਖ ਸਹਿ ਔਰ ਸਲੀਬ 'ਤੇ ਚੜ੍ਹ ਕੇ ਜਾਨ ਦਿੱਤੀ ਔਰ ਫਿਰ ਤੀਸਰੇ ਦਿਨ ਮੁਰਦਿਆਂ 'ਚੋਂ ਜੀ ਉੱਠੇ। ਆਮੀਨ। ਇਸੇ ਤਰ੍ਹਾਂ ਹੀ ਪ੍ਰਭੂ ਦੇ ਵਚਨਾਂ ਨੂੰ, ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ ਅਤੇ ਪ੍ਰਭੂ ਆਪ ਸਾਰਿਆਂ ਨੂੰ ਅਤੇ ਮੈਨੂੰ ਵੀ ਮਾਫ ਕਰਕੇ ਸਵਰਗ ਰਾਜ ਦੇ ਸੰਤਾਨ ਬਣਾਵੇਗਾ। ਆਮੀਨ। ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ ਦੇ ਸਮੇਂ ਲਈ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰ ਰਹੇ, ਬੇਨਤੀਆਂ ਕਰਦੇ, ਪ੍ਰਭੂ ਯਿਸੂ ਜੀ ਸਭ 'ਤੇ ਰਹਿਮ ਕਰਨਾ, ਦਇਆ ਕਰਨੀ, ਘਰਾਂ ਵਿੱਚ ਸ਼ਾਂਤੀ ਦੇਣੀ, ਕੰਮਾਂ ਕਾਰਾਂ 'ਚ ਬਰਕਤ ਦੇਣਾ, ਸਾਡੇ ਵਿਸ਼ਵਾਸ ਨੂੰ ਵਧਾ ਕੇ ਰੱਖਣਾ, ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ। ਹਾਲੇਲੂਇਆ। ਪ੍ਰਭੂ ਯਿਸੂ। ਪਵਿੱਤਰ ਆਤਮਾ ਦਾ ਵਰਦਾਨ ਦੇਣਾ, ਪਵਿੱਤਰ ਆਤਮਾ ਦੀ ਸ਼ਕਤੀ ਦੇਣਾ, ਜਿਨ੍ਹਾਂ ਦੇ ਨਾਲ ਅਸੀਂ ਆਪਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ, ਆਪਦੇ ਅੱਗੇ ਦੁਆਵਾਂ ਕਰ ਸਕੀਏ, ਪ੍ਰਾਰਥਨਾ ਕਰ ਸਕੀਏ। ਥੈਂਕ ਯੂ ਜੀ। ਥੈਂਕ ਯੂ ਜੀਸਸ। ਹਾਲੇਲੂਇਆ। ਥੈਂਕ ਯੂ ਜੀ। ਸਾਨੂੰ ਅਕਲ ਬੁੱਧੀ ਗਿਆਨ ਦੇਣਾ, ਪ੍ਰਭੂ ਯਿਸੂ ਜੀ, ਕਿ ਤੇਰੇ ਵਚਨਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਥੈਂਕ ਯੂ ਜੀ। ਥੈਂਕ ਯੂ ਜੀਸਸ। ਥੈਂਕ ਯੂ ਜੀਸਸ। ਹਾਲੇਲੂਇਆ। ਪ੍ਰਭੂ ਯਿਸੂ। ਥੈਂਕ ਯੂ ਜੀਸਸ। ਥੈਂਕ ਯੂ ਜੀਸਸ। ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਥੈਂਕ ਯੂ ਪਿਤਾ ਪਰਮੇਸ਼ਰ। ਥੈਂਕ ਯੂ। ਪ੍ਰਭੂ ਦੇ ਪੁੱਤਰ ਚਰਨ ਜਾਣ ਕੇ ਦੁਆ ਕਰੀਏ, ਬੇਨਤੀਆਂ ਕਰੀਏ, ਉਸ ਦਾ ਧੰਨਵਾਦ ਕਰੀਏ, ਉਸ ਦੀ ਮਹਿਮਤ ਤੇ ਵਡਿਆਈ ਕਰੀਏ। ਹਾਲੇਲੂਇਆ। ਥੈਂਕ ਯੂ। ਪ੍ਰੇਜ਼ ਦਾ ਲੋਰਡ। ਥੈਂਕ ਯੂ ਜੀਸਸ। ਹਾਲੇਲੂਇਆ। ਥੈਂਕ ਯੂ almighty Father. Thank you almighty God, heavenly Father. Thank you. We worship you. You are the only one almighty God. Hallelujah. We praise you, Lord. Thank you. Hallelujah. Thank you, Jesus. Thank you, Lord. Thank you, mighty Father. Thank you, Jesus. We love you, Lord Jesus. We believe you, trust in you. Thank you, Jesus. Hallelujah. Praise the Lord Jesus. Thank you, Jesus. You are the King of kings. You are the Savior of the
forward, Lord Jesus. Thank you, Jesus. We believe in you, trust in you. You crucified for our sins, Lord Jesus. Thank you, Jesus. Thank you, Jesus. Hallelujah. Hallelujah. यीशु नासी तेरा बार धन्यवाद करते हैं, शुक्र करते पिता परमेश्वर, पूरी कुदरत जमीन दे आसमान दे पैदा करने वाले सर्वशक्तिमान, ਅਸੀਂ ਆਪਦਾ ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਅੱਜ ਦੇ ਵਕਤ ਦੇ ਸਮੇਂ ਲਈ, ਅੱਜ ਦੇ ਵਚਨਾਂ ਦੀ ਧੰਨਵਾਦ ਕਰਦੇ ਪਏ ਯੀਸ਼ੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਤੁਸੀਂ ਸਾਡੀਆਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰ ਦਿਓ ਪਏ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਸਾਡੇ ਸਭ ਭੈਣ ਭਰਾ ਦਇਆ ਕਰਨੀ, ਕਿਰਪਾ ਕਰਨੀ, ਰਹਿਮ ਕਰਨਾ, ਦਇਆ ਕਰਨੀ ਪਏ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇ ਯੀਸ਼ੂ ਨਾਸੀ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ, ਉਸ ਕਰਦੇ ਪਏ ਯੀਸ਼ੂ ਜੀ। ਜਿੰਨੇ ਵੀ ਸਾਡੇ ਭੈਣ ਭਰਾ ਦੇ ਉੱਪਰ ਵਿਸ਼ਵਾਸ ਕਰਦੇ, ਇੱਛਾ ਕਰਦੇ, ਆਪ ਨੂੰ ਪਿਆਰ ਕਰਦੇ ਪਏ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਯੀਸ਼ੂ ਨਾਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਸਾਡੇ ਸਭ ਤੇ ਰਹਿਮ ਕਰਨਾ, ਦਇਆ ਕਰਨੀ, ਹਰ ਬਿਮਾਰੀ ਤੋਂ ਬਚਾ ਕਰਨਾ, ਹਰ ਸ਼ੈਤਾਨੀ ਤਾਕਤ ਤੋਂ ਬਚਾ ਰੱਖਣਾ ਪਏ ਯੀਸ਼ੂ ਨਾਸੀ। ਸਾਡੇ ਵਿਸ਼ਵਾਸ ਨੂੰ ਵਧਾ ਕੇ ਰੱਖਣਾ ਪਏ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇ ਯੀਸ਼ੂ ਨਾਸੀ ਅਸੀਂ ਆਪਦੇ ਪਿੱਤਰ ਖੂਨ ਦਾ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਾਡੀ ਮਾਰ ਖਾਦੀ, ਦੁੱਖ ਸਹਿ ਮੁਸ਼ਕਲ ਸੀਆਂ ਪਰ ਯੀਸ਼ੂ ਨਾਸੀ, ਯੀਸ਼ੂ ਨਾਸੀ ਆਪਦੇ ਪਿੱਤਰ ਖੂਨ ਦਾ ਧੰਨਵਾਦ ਕਰਦੇ ਯੀਸ਼ੂ ਨਾਸੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇ ਯੀਸ਼ੂ ਨਾਸੀ ਤੇਰਾ ਨਾਮ ਪਵਿੱਤਰ, ਤੇਰਾ ਸ਼ੁੱਧ ਹੈ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇ ਯੀਸ਼ੂ ਨਾਸੀ। ਪ੍ਰਭੂ ਜੀ ਤੁਸੀਂ ਕਿਹਾ ਕਿ ਮੇਰੇ ਪਿਤਾ ਦੀ ਵਡਿਆਈ ਇਸ ਵਿੱਚ ਹੈ ਕਿ ਤੁਸੀਂ ਬਹੁਤਾ ਫਲ ਦੇਵੋ, ਇਸੇ ਤਰ੍ਹਾਂ ਤੁਸੀਂ ਮੇਰੇ ਚੇਲੇ ਬਣ ਜਾਓ। ਹਾਲੇਲੂਇਆ, ਹਾਲੇ ਯੀਸ਼ੂ ਨਾਸੀ। ਪ੍ਰਭੂ ਯੀਸ਼ੂ ਅਸੀਂ ਵਿਸ਼ਵਾਸ ਕਰਦੇ, ਇੱਛਾ ਕਰਦੇ ਹਾਂ ਆਦੇ ਉੱਪਰ ਯੀਸ਼ੂ ਨਾਸੀ, ਆਦੇ ਵਚਨਾਂ ਤੇ ਵਿਸ਼ਵਾਸ ਕਰਦੇ ਹਾਂ ਯੀਸ਼ੂ ਨਾਸੀ। ਤੁਸੀਂ ਪ੍ਰਭੂ, ਤੁਸੀਂ ਪਰਮੇਸ਼ਰ ਹੋ, ਤੁਸੀਂ ਆਦਿ ਅੰਤ ਹੋ, ਤੁਸੀਂ ਆਉਣੇ ਵਾਲੇ ਹੋ, ਤੁਸੀਂ ਪਹਿਲੇ ਤੇ ਅਖੀਰ ਹੋ ਯੀਸ਼ੂ ਨਾਸੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤੁਸੀਂ ਜੀਵਨ ਦੀ ਰੋਟੀ ਹੋ, ਸਵਰਗੀ ਰੋਟੀ ਹੋ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਯੀਸ਼ੂ ਨਾਸੀ। ਜੋ ਵੀ ਆਤੇ ਉੱਪਰ ਵਿਸ਼ਵਾਸ ਕਰਨ, ਇੱਛਾ ਕਰਦਾ, ਆਪ ਨੂੰ ਪਿਆਰ ਕਰਦਾ, ਤੁਸੀਂ ਉਹਨਾਂ ਨੂੰ ਨਵੀਂ ਜ਼ਿੰਦਗੀ ਦਿਓ, ਅਨੰਤ ਜੀਵਨ ਦਿੰਦੇ ਹੋ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਯੀਸ਼ੂ ਨਾਸੀ। ਆਪਦੇ ਮੂੰਹ ਚੋਂ ਹਰ ਇੱਕ ਵਚਨ ਦੇ ਨਾਲ ਮੁਰਦਿਆਂ ਨੂੰ ਸ਼ਿਫਾ ਮਿਲਦੀ ਹੈ, ਮੁਰਦੇ ਜਿਉਂਦੇ ਹਨ, ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ, ਤੰਦਰੁਸਤੀ ਮਿਲਦੀ ਹੈ, ਪਾਪਾਂ ਤੋਂ ਮਾਫੀ ਮਿਲਦੀ ਹੈ, ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਆਦਾ ਬਾਰ ਧੰਨਵਾਦ ਕਰਦੇ, ਸ਼ੁਕਰ ਹੈ ਯੀਸ਼ੂ ਜੀ। ਅਸੀਂ ਵਿਸ਼ਵਾਸ ਕਰਦੇ, ਪਿੱਤਰ ਚਰਨ ਦੀ ਦੁਆ ਕਰਦੇ ਹਾਂ। ਜੇ ਸਾਡੇ ਭੈਣ ਭਰਾ ਬਿਮਾਰ ਘਰਾਂ ਵਿੱਚ ਹਨ, ਆਪਣੇ ਯੀਸ਼ੂ ਨਾਸੀ, ਹਸਪੀਟਲ 'ਚ ਬਿਮਾਰ ਪਏ ਯੀਸ਼ੂ ਨਾਸੀ, ਜਾਂ ਕਰੋਨਾ ਬਿਮਾਰੀ ਦੇ ਨਾਲ ਬਿਮਾਰ ਪਏ ਯੀਸ਼ੂ ਨਾਸੀ, ਆਪਣੇ ਯੀਸ਼ੂ ਸਭ ਦੀਆਂ ਦੁਆਵਾਂ ਸੁਣੋ, ਪ੍ਰਾਰਥਨਾ ਸੁਣੋ। ਆਪਣੇ ਯੀਸ਼ੂ ਸਾਡੇ ਭਰਾ ਪਾਸੋਂ ਹਰਵੰਸ ਲਈ ਦੁਆ ਕਰਦੇ ਹਾਂ, ਜੋ ਵੀ ਉਹਦੇ ਸਰੀਰ 'ਚ ਬਿਮਾਰੀ ਹੈ ਪਏ ਯੀਸ਼ੂ ਤੁਸੀਂ ਜਾਣਦੇ ਹੋ, ਪਲੀਜ਼ ਉਸ 'ਤੇ ਕਿਰਪਾ ਕਰੋ, ਦਇਆ ਕਰੋ, ਉਹਨੂੰ ਤੰਦਰੁਸਤੀ ਚੰਗਾਈ ਦਿਓ ਪਏ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਸਾਰੇ ਯੀਸ਼ੂ ਨਾਸੀ ਅਸੀਂ ਆਪਦੇ ਅੱਗੇ ਦੁਆ ਕਰਦੇ, ਬੇਨਤੀ ਕਰਦੇ ਹਾਂ, ਸਾਡੀ ਭੈਣ ਦੀ ਰੂਹ ਆਪਦੇ ਕੋਲ ਪਹੁੰਚ ਚੁੱਕੀ ਹੈ ਪਏ ਯੀਸ਼ੂ ਨਾਸੀ। ਉਸ ਭੈਣ ਦੇ ਲਈ ਅਸੀਂ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਪਲੀਜ਼ ਪਏ ਯੀਸ਼ੂ ਨਾਸੀ, ਆਪਣੇ ਯੀਸ਼ੂ ਨਾਸੀ ਉਸ ਦੀ ਰੂਹ ਨੂੰ ਆਪਣੇ ਯੀਸ਼ੂ ਨਾਸੀ ਸਵਰਗਾਂ 'ਚ ਚੰਗੀ ਸ਼ਾਂਤੀ ਦੇਣੀ ਪਈ ਯੀਸ਼ੂ ਨਾਸੀ, ਚੰਗੀ ਜਗ੍ਹਾ ਦੇਣੀ ਪਈ ਯੀਸ਼ੂ। ਉਹ ਭੈਣ ਆਪਦੇ ਉੱਪਰ ਵਿਸ਼ਵਾਸ ਕਰਦੀ ਪਈ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਉਸ ਦੇ ਪਰਿਵਾਰ ਨੂੰ ਯੀਸ਼ੂ ਜੀ ਸ਼ਾਂਤੀ, ਤਸੱਲੀ ਤੇ ਹੌਸਲਾ ਦੇਣਾ ਪਈ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇ ਯੀਸ਼ੂ ਨਾਸੀ ਤੇਰਾ ਨਾਮ ਪਵਿੱਤਰ, ਤੇਰਾ ਸ਼ੁੱਧ ਹੈ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਅਸੀਂ ਨਰਸਾਂ ਲਈ, ਡਾਕਟਰਾਂ ਲਈ, ਹਸਪੀਟਲ 'ਚ ਕੰਮ ਕਰਨੇ ਭੈਣ ਭਰਾਵਾਂ ਦੀ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਆਪਣੇ ਯੀਸ਼ੂ ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਦੇ ਨੇ, ਆਪਣੇ ਯੀਸ਼ੂ ਨਾਸੀ ਉਹਨਾਂ ਤੇ ਰਹਿਮ ਕਰੋ, ਦਇਆ ਕਰੋ, ਪਵਿੱਤਰ ਆਤਮਾ ਅਗਵਾਈ ਕਰੋ, ਹਰ ਬਿਮਾਰੀ ਤੋਂ ਬਚਾ ਕਰੋ ਯੀਸ਼ੂ ਜੀ। ਅਸੀਂ ਗਰੀਬਾਂ ਦੀ ਲੋੜਵੰਦ ਭੈਣ ਭਰਾਵਾਂ ਦੀ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਯੀਸ਼ੂ ਨਾਸੀ ਉਹਨਾਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਾਓ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਸਭ ਲਈ ਦੁਆ ਕਰਦੇ ਹਾਂ, ਬੇਨਤੀ ਕਰਦੇ ਯੀਸ਼ੂ ਨਾਸੀ ਉਹਨਾਂ ਦੇ ਕੰਮਾਂ ਕਰਨ 'ਚ ਬਰਕਤ ਦਿਓ, ਉਹਨਾਂ ਦੇ ਘਰ ਵਿੱਚ ਸ਼ਾਂਤੀ, ਉਹਨਾਂ ਬੱਚਿਆਂ ਦੇ ਰਹਿਮ ਕਰੋ, ਦਇਆ ਕਰੋ ਯੀਸ਼ੂ ਨਾਸੀ। ਅਸੀਂ ਦੁਆ ਕਰਦੇ ਹਾਂ ਵਿਧਵਾ ਭੈਣਾਂ ਲਈ, ਜਿੱਤੀ ਬੱਚਿਆਂ ਲਈ ਯੀਸ਼ੂ ਨਾਸੀ ਉਹਨਾਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਨਾ, ਆਉਣ ਵਾਲੇ ਸਮੇਂ 'ਚ ਉਹਨਾਂ ਦੀ ਸਹਾਇਤਾ ਹੁਣ ਕਰਨੀ, ਮਦਦ ਕਰਨੀ ਯੀਸ਼ੂ ਜੀ, ਹਰ ਬਿਮਾਰੀ ਤੋਂ ਬਚਾ ਕਰਨਾ। ਥੈਂਕ ਯੂ ਜੀ, ਥੈਂਕ ਯੂ ਜੀ। ਸਾਰੇ ਯੀਸ਼ੂ ਨਾਸੀ ਅਸੀਂ ਦੁਆ ਕਰਦੇ ਉਹਨਾਂ ਭੈਣਾਂ ਦੀ ਜਿਨ੍ਹਾਂ ਦੇ ਲੰਮੇ ਸਮੇਂ ਤੋਂ ਬੱਚਿਆਂ ਦੀ ਔਲਾਦ ਨਹੀਂ ਹੈ ਯੀਸ਼ੂ ਜੀ, ਉਹਨਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਨੂੰ ਬੱਚਿਆਂ ਦਾ ਵਰਦਾਨ ਦਿਓ ਮੇਰੇ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀ। ਸਾਰੇ ਯੀਸ਼ੂ ਨਾਸੀ ਤੇਰਾ ਨਾਮ ਪਵਿੱਤਰ, ਤੇਰਾ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਅਸੀਂ ਦੁਆ ਕਰਦੇ, ਬੇਨਤੀ ਕਰਦੇ ਹਾਂ, ਜਿਸ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ, ਬਿਸ਼ਪ ਲੋਕ ਹਨ, ਫਾਦਰ ਲੋਕ, ਸਿਸਟਰਸ, ਪਾਸਟਰ ਲੋਕ, ਚਰਚਾਂ ਦੇ ਲੀਡਰ ਜੇ ਨਾਮ ਨੂੰ ਪੜ੍ਹ ਕੇ ਸੁਣਾਉਂਦੇ ਹਨ, ਤੇਰੇ ਵਚਨ ਨੂੰ ਫੈਲਾਉਂਦੇ ਹਨ, ਵਧਾਉਂਦੇ ਹਨ ਯੀਸ਼ੂ ਨਾਸੀ। ਕਿਉਂਕਿ ਇਸ ਸੰਸਾਰ ਵਿੱਚ ਸਾਡੇ ਬਹੁਤ ਭੈਣ ਭਰਾ ਜੀ ਹਨੇਰੇ ਵਿੱਚ ਹਨ ਯੀਸ਼ੂ ਜੀ, ਉਹਨਾਂ ਸਭ ਨੂੰ ਆਪਦੇ ਚਰਨ ਵਿੱਚ ਲੈ ਕੇ ਆਓ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਇਹਨਾਂ ਸਭ ਭੈਣ ਭਰਾਵਾਂ ਨੂੰ ਯੀਸ਼ੂ ਨਾਸੀ ਆਪਦੇ ਪਿੱਤਰ ਆਤਮਾ ਅਗਵਾਈ ਕਰਨੀ, ਹਰ ਬਿਮਾਰੀ ਤੋਂ ਬਚਾ ਕਰਨਾ, ਹਰ ਸ਼ੈਤਾਨੀ ਤਾਕਤ ਤੋਂ ਬਚਾ ਕਰਨਾ ਯੀਸ਼ੂ ਨਾਸੀ। ਉਹਨਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਸਹਾਇਤਾ ਕਰਨੀ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀ। ਸਾਰੇ ਯੀਸ਼ੂ ਨਾਸੀ ਅਸੀਂ ਦੁਆ ਕਰਦੇ ਉਹਨਾਂ ਭੈਣ ਭਰਾਵਾਂ ਜਿਹੜੇ ਤੇਰੇ ਨਾਮ ਦੀ ਮਹਿਮਾ ਤੇ ਵਡਿਆਈ ਦੇ ਨਾਲ ਗੀਤ ਗਾਉਂਦੇ ਹਨ, ਵਡਿਆਈ ਕਰਦੇ ਯੀਸ਼ੂ ਨਾਸੀ, ਉਹਨਾਂ ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਸਾਰੇ ਯੀਸ਼ੂ ਨਾਸੀ ਤੇਰਾ ਨਾਮ ਪਵਿੱਤਰ, ਤੇਰਾ ਸ਼ੁੱਧ ਹੈ ਯੀਸ਼ੂ ਨਾਸੀ। ਥੈਂਕ ਯੂ ਜੀ, ਥੈਂਕ ਯੂ ਜੀ। ਅਸੀਂ ਦੁਆ ਕਰਦੇ ਹਾਂ ਜੇ ਸਾਡੇ ਭੈਣ ਭਰਾ ਡਰੁੱਕ ਕਰਦੇ, ਨਸ਼ਾ ਕਰਦੇ ਯੀਸ਼ੂ ਜੀ, ਹੈ ਯੀਸ਼ੂ ਨਾਸੀ ਉਹਨਾਂ ਦੇ ਮਨਾਂ ਵਿੱਚ ਚੰਗੇ ਚੰਗੇ ਸੋਚ ਵਿਚਾਰ ਦਿਓ, ਇਹਨਾਂ ਬੁਰੀਆਂ ਆਦਤਾਂ ਤੋਂ ਉਹਨਾਂ ਬਚਾ ਕੇ ਰੱਖੋ ਯੀਸ਼ੂ ਜੀ। ਜੇ ਤੇਰੇ ਨਾਮ ਨੂੰ, ਤੇਰੇ ਵਚਨ ਨੂੰ ਸੁਣਨ ਯੀਸ਼ੂ ਨਾਸੀ, ਤੇਰੇ ਨਾਮ ਨੂੰ, ਤੇਰੇ ਵਚਨ ਨੂੰ ਜਾਣਨ ਯੀਸ਼ੂ ਨਾਸੀ, ਪਲੀਜ਼ ਯੀਸ਼ੂ ਜੀ ਇਹਨਾਂ ਸਭ ਭੈਣ ਭਰਾਵਾਂ ਨੂੰ ਇਹਨਾਂ ਬੁਰੀਆਂ ਆਦਤਾਂ ਤੋਂ ਬਚਾ ਕੇ ਰੱਖੋ ਯੀਸ਼ੂ ਨਾਸੀ, ਪਿੱਤਰ ਆਤਮਾ ਨੂੰ ਅਗਵਾਈ ਕਰੋ। ਥੈਂਕ ਯੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਯੀਸ਼ੂ ਨਾਸੀ ਤੇਰਾ ਨਾਮ ਪਵਿੱਤਰ, ਤੇਰਾ ਸ਼ੁੱਧ ਹੈ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਥੈਂਕ ਯੂ ਜੀ। ਸਾਡੇ ਹੋਰ ਦੂਸਰੇ ਭੈਣ ਭਰਾ ਆਪਦੇ ਕੋਲ ਪਹੁੰਚੇ ਹਨ ਯੀਸ਼ੂ, ਉਹਨਾਂ ਦੇ ਰੂਹਾਂ ਲਈ ਦੁਆ ਕਰਦੇ ਹਾਂ, ਉਹਨਾਂ ਨੂੰ ਸਭ ਨੂੰ ਸਵਰਗੀ ਸ਼ਾਂਤੀ ਦੇਣੀ ਯੀਸ਼ੂ ਨਾਸੀ, ਜਿੱਥੇ ਵੀ ਉਹ ਹੈ ਯੀਸ਼ੂ ਨਾਸੀ, ਪਲੀਜ਼ ਯੀਸ਼ੂ ਨਾਸੀ ਉਹਨਾਂ ਨੂੰ ਆਪਦੇ ਪਾਕ ਲੋਕਾਂ ਵਿੱਚ
शामिल करना। थैंक यू प्रभु जी, थैंक यू जीस, उन्होंने गुनाह ਨੂੰ ਪਾਪਾਂ ਨੂੰ ਅਪਰਾਧਾਂ ਨੂੰ ਮਾਫ ਕਰਨਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸ, ਥੈਂਕ ਯੂ ਜੀਸ, ਹਾਲੇ ਯਿਸੂ ਨਾਮ ਜੀ ਤੇਰਾ ਨਾਮ ਪਵਿੱਤਰ ਤੇਰਾ ਸ਼ੁੱਧ ਹੈ ਪ੍ਰਭੂ ਯਿਸੂ ਜੀ। ਜਿੰਨੇ ਵੀ ਅਸੀਂ ਭੈਣ ਭਰਾ ਵਿਸ਼ਵਾਸ ਕਰਦੇ ਨੇ, ਇੱਛਾ ਕਰਦੇ ਆਪ ਨੂੰ ਪਿਆਰ ਕਰਦੇ ਪ੍ਰਭੂ ਯਿਸੂ ਨਾਮ ਜੀ, ਸਭ ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀ। ਸਵਰਗਾਂ ਚ ਆਪਦੇ ਪਿਤਾ ਸੱਜੇ ਪਾਸੇ ਬੈਠੇ ਹੋ, ਸਭ ਦੀ ਦੁਆ ਸੁਣਦੇ ਹੋ, ਸਾਡੀ ਦੁਆ ਸੁਣਨਾ ਕਬੂਲ ਕਰਨਾ, ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ, ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ। Praise the Lord Jesus, praise the Lord Jesus। Our Lord's Prayer, प्रभु यीशु मसीह सिखाई प्रार्थना। ऐ साढ़े बाप जो तू आसमान ते है, तेरा नाम पाक मने जावे, तेरा राज आवे, तेरी मर्जी जिहड़ी आसमान ते पूरी ने जमीन ते पूरी होवे। साडे रोज़ दी रोटी सानू अज दे, साडे कसूर सानू माफ़ कर, जिस तरह असीं अपने कसूर माफ़ करदे हां। सानू इस मैसेज ना पा, सगों बुराई तो बचा, क्योंकि बादशाह कुदरत जिला सदा ते हमेशा आपदे हन, आमीन। मां मरियम, संत रीमा ट्रीजा, संत जिसु, संत माइकल, संत जबरा, संत फाइल, सारे संत ਅਤੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਾਂ, ਕਿਉਂਕਿ ਇਹ ਸਵਰਗਾਂ 'ਚ ਹਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰਨ ਕਿ ਪ੍ਰਭੂ ਯਿਸੂ ਉਹਨਾਂ ਸਾਡੇ ਜਿਹੜੇ ਭੈਣ ਭਰਾ ਬਿਮਾਰ ਹਨ, ਜਾਂ ਗੰਭੀਰ ਬਿਮਾਰੀਆਂ, ਜਾਂ ਕਰੋਨਾ ਬਿਮਾਰੀ, ਜਾਂ ਕਿਸੇ ਬਿਮਾਰੀ ਦੇ ਨਾਲ ਬਿਮਾਰ ਹਨ, ਪਲੀਜ਼ ਪ੍ਰਭੂ ਯਿਸੂ ਉਹਨਾਂ ਸਭ 'ਤੇ ਰਹਿਮ ਕਰੇ, ਦਇਆ ਕਰੇ, ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਆਮੀਨ, ਹਾਲੇਲੂਇਆ। ਥੈਂਕ ਯੂ ਜੀਸਸ। ਸਲਾਮ ਹੈ ਮਰੀਮ ਫਜਨਾ ਪਰੀ ਖੁਦਾਵੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਾਨਾ ਨਾਲ ਤਾਨਾ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ, ਹੁਣ ਤਾਂ ਸਾਡੀ ਮੌਤ ਦੇ ਵੇਲੇ, ਆਮੀਨ। ਬਾਪ ਬੇਟਾ ਤਰੂਪਾ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ, ਆਮੀਨ। ਐ ਮੈਂ ਨਿਹਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸੁਰਗ ਖਿੱਚ ਲੈ, ਖਾਸ ਕਰਕੇ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ, ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ ਸਾਡੇ ਸਭ ਭੈਣਾਂ ਭਰਾਵਾਂ ਦੇ ਨਾਲ ਹੋਵੇ, ਆਮੀਨ। ਗੋਡ ਬਲੈਸ ਯੂ ਆਲ। ਬਾਪ ਬੇਟਾ ਤਰੂਪਾ ਨਾਮ ਤੇ, ਆਮੀਨ। In the name of Father, Son and the Holy Spirit, amen।